जय गुरु जी संगत जी। संगत जी, मैं गुरु जी की बेटी पंजाब तो मैं आज एक बहुत ही गुरु जी की कृपा नाल एक्साइटमेंट भरिया सत्संग शेयर करन लगी हाँ। सो सत्संग शेयर करने तो पहला मैं मंत्र जाप करांगी। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी। संगत जी, पहला तो सारिਆਂ ਨੂੰ गुरु जी के जन्म दिन ਦੀਆਂ बहुत बहुत मुबारकां। सो कल 7th of जुलाई ਨੂੰ गुरु जी ਦਾ ऑल ओवर वर्ल्ड ਦੇ ਵਿੱਚ बर्थडे सैलीब्रेशन होया। सो संगत जी, मेरे नाल ਅੱਜ ਦੀ जो सत्संग मैं शेयर ਕਰਨ ਲੱਗੀ ਹਾਂ ਇਸੇ ਤੇ ਹੀ ਹੈ। ਸੋ ਮੈਨੂੰ ਬਹੁਤ ਦਿਨਾਂ ਤੋਂ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ। ਮੈਂ ਐਕਚੁਅਲੀ 2 ਸਾਲ ਤੋਂ ਗੁਰੂ ਜੀ ਦੇ ਨਾਲ ਜਰਨੀ ਮੇਰੀ ਸ਼ੁਰੂ ਹੋਈ ਹੈ। ਮੈਂ 22 of Feb 2024 ਤੋਂ ਜੁੜੀ ਹਾਂ ਗੁਰੂ ਜੀ ਨਾਲ। ਤਾਂ ਮੈਂ ਕੋਈ ਵੀ ਅੱਜ ਤੱਕ ਸਤਸੰਗ ਦੇ ਵਿੱਚ ਨਹੀਂ ਸੀ ਗਈ। ਸੋ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਮੈਂ ਤੈਨੂੰ ਇਨਵੀਟੇਸ਼ਨ ਭੇਜ ਰਿਹਾ, ਤਾਂ ਤੂੰ ਮੇਰੇ ਕੋਲ ਆਈ। ਬੜੇ ਮੰਦਰ ਨਹੀਂ ਆ ਸਕਦੀ, ਕੋਈ ਗੱਲ ਨਹੀਂ। ਸੋ ਮੈਂ ਤੈਨੂੰ ਸਤਸੰਗ ਦਾ ਇੱਕ ਮੈਸੇਜ ਇਨਵੀਟੇਸ਼ਨ ਭੇਜ ਰਹੀ ਹਾਂ। ਸੋ ਹੋਇਆ ਇੱਦਾਂ ਸੰਗਤ ਜੀ, ਮੇਰੇ ਕੋਲ ਫੇਸਬੁੱਕ 'ਤੇ ਮੈਸੇਜ ਮੈਨੂੰ ਸ਼ੋ ਹੋਇਆ ਸੁਮਿਤ ਅੰਕਲ ਜੀ ਵੱਲੋਂ। ਹੁਸ਼ਿਆਰਪੁਰ ਦੇ ਵਿੱਚ ਗੋਲਡਨ ਹੈਰੀਟੇਜ ਹੋਟਲ ਹੈ, ਉੱਥੇ ਉਹਨਾਂ ਨੇ ਗੁਰੂ ਜੀ ਦੇ ਬਰਥਡੇ ਦੀ ਸੈਲੀਬ੍ਰੇਸ਼ਨ, ਗ੍ਰੇਟ ਸੈਲੀਬ੍ਰੇਸ਼ਨ ਰੱਖੀ ਹੋਈ ਸੀ। ਤਾਂ ਉਹ ਇੱਦਾਂ ਸੀ ਕਿ ਅਗਰ ਦੂਰ ਹੁੰਦਾ ਤਾਂ ਮੈਨੂੰ ਮੇਰੇ ਲਈ ਜਾਣਾ ਪੋਸੀਬਲ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਘਰ ਦੇ ਵਿੱਚ ਇੱਕ ਅਗਰ ਫੀਮੇਲ ਮੰਨਦੀ ਹੈ ਤਾਂ ਫੀਮੇਲ ਘਰਦਿਆਂ ਨੂੰ ਪਿੱਛੇ ਸੁੱਟ ਕੇ ਨਹੀਂ ਜਾ ਸਕਦੀ ਫੈਮਿਲੀ ਦੇ ਵਿੱਚੋਂ। ਮੇਲ ਦੀ ਗੱਲ ਵੱਖਰੀ ਹੈ। ਅੱਜ ਕੱਲ੍ਹ ਮਤਲਬ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਚੀਜ਼ਾਂ ਹੈ, ਕਿਉਂਕਿ ਫੀਮੇਲਸ ਦੀ ਜ਼ਿਆਦਾ ਮਤਲਬ ਨਹੀਂ ਹੁੰਦੀ। ਤਾਂ ਅਗਰ ਆਪਾਂ ਓਪੋਜ਼ਿਟ ਹੋ ਕੇ ਕਰਦੇ ਹਾਂ ਤਾਂ ਕਲੇਸ਼ ਹੀ ਪੈਂਦੇ ਨੇ ਘਰ। ਤਾਂ ਗੁਰੂ ਜੀ ਮੈਨੂੰ ਸ਼ੁਰੂ ਤੋਂ ਹੀ ਕਹਿ ਰਹੇ ਨੇ ਕਿ ਐਕਚੁਅਲੀ ਮੇਰੇ ਹਸਬੈਂਡ ਜੋ ਹੈਗੇ ਹੈ ਬਹੁਤ ਨੈਗੇਟਿਵ ਹੈ, ਉਹ ਨਹੀਂ ਮੰਨਦੇ ਗੁਰੂ ਜੀ ਦੇ ਨਾਮ ਤੋਂ ਹੀ ਬਹੁਤ ਹੀ ਜ਼ਿਆਦਾ ਇਰੀਟੇਟ ਹੋ ਜਾਂਦੇ ਹੈ। ਸੋ ਗੁਰੂ ਜੀ ਮੈਨੂੰ ਕਹਿੰਦੇ ਵੀ ਸੀ ਕਿ ਤੂੰ ਕਦੀ ਵੀ ਲੜਾਈ ਕਰਕੇ ਨਹੀਂ ਆਉਣਾ, ਜਿਸ ਚੀਜ਼ ਤੋਂ ਕਲੇਸ਼ ਪੈਂਦਾ ਉਹਨੂੰ ਸਾਈਡ 'ਤੇ ਰੱਖਦੇ, ਕੋਈ ਗੱਲ ਨਹੀਂ। ਸੋ ਮੈਂ ਇੰਨੇ ਟਾਈਮ ਤੋਂ ਨਹੀਂ ਸੀ ਗਈ। ਮੇਰੇ ਐਕਚੁਅਲੀ ਕਾਫੀ ਟਾਈਮ ਤੋਂ ਮੇਰੇ ਔਰ ਮੇਰੇ ਹਸਬੈਂਡ ਦੇ ਵਿੱਚ ਥੋੜ੍ਹੀ ਪ੍ਰੋਬਲਮ ਵੀ ਇਸੇ ਘਰ ਤੋਂ ਚੱਲ ਰਹੀ ਸੀ। ਮੈਂ ਮੰਦਿਰ ਜਾਣ ਲਈ ਪੁੱਛਿਆ ਉਹਨਾਂ ਤੋਂ, ਸਿਰਫ ਪੁੱਛਿਆ ਹੀ ਸੀ, ਜ਼ਿੱਦ ਨਹੀਂ ਕੀਤੀ। ਸੋ ਇੰਨੇ ਤੋਂ ਹੀ ਇਰੀਟੇਟ ਹੋ ਗਈ ਮੇਰੇ ਨਾਲ, ਅਤੇ ਕਾਫੀ ਟਾਈਮ ਤੋਂ ਸਾਡਾ ਰਿਲੇਸ਼ਨ ਦੇ ਵਿੱਚ ਥੋੜ੍ਹੀ ਕੜਵਾਹਟ ਜਿਹੀ ਆ ਗਈ। ਪਰ ਗੁਰੂ ਜੀ ਕਹਿੰਦੇ ਨੇ ਕਿ ਇਹ ਸਿਰਫ ਬਲੈਕ ਮੈਜਿਕ ਦੇ ਕਾਰਨ ਹੈ, ਤੁਹਾਨੂੰ ਦੋਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਈ, ਪਰ ਤੂੰ ਬੇਫਿਕਰ ਰਹਿ, ਤੁਹਾਡਾ ਰਿਸ਼ਤਾ ਸ਼ਿਵ ਨੇ ਬਣਾਇਆ ਅਤੇ ਮੈਂ ਇਸ ਨੂੰ ਟੁੱਟਣ ਨਹੀਂ ਦੇਵਾਂਗਾ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਦਾ ਮੈਂ ਜਦੋਂ ਸੰਗਤ ਜੀ ਫੇਸਬੁੱਕ 'ਤੇ ਸੁਮਿਤ ਅੰਕਲ ਜੀ ਦਾ ਮੈਸੇਜ ਇਨਵੀਟੇਸ਼ਨ ਦੇਖਿਆ ਤਾਂ ਉਹ ਮੇਰੇ ਘਰ ਤੋਂ ਸਿਰਫ ਥੋੜ੍ਹਾ ਜਿਹਾ ਹੀ ਦੂਰੀ 'ਤੇ ਸੀ। ਮੈਂ 5-7 ਕਿਲੋਮੀਟਰ ਦੀ ਦੂਰੀ 'ਤੇ ਉਹ ਹੋਟਲ ਹੈ। ਮੈਂ ਕਦੀ ਗਈ ਤਾਂ ਨਹੀਂ ਸੀ ਉੱਧਰਲੀ ਸਾਈਡ। ਤਾਂ ਇਹ ਵੀ ਸੀ ਕਿ ਟਾਈਮ ਸਤਸੰਗ ਦਾ ਜੋ ਸੀ ਉਹ ਮਤਲਬ ਦਿਨ ਟਾਈਮ ਹੀ ਸੀ ਕਿ ਮੈਂ ਪ੍ਰੋਪਰ ਟਾਈਮ 'ਤੇ ਮਤਲਬ ਦਿਨ ਦੇ ਸੂਰਜ ਦੇ ਡੁੱਬਣ ਤੋਂ ਪਹਿਲਾਂ ਘਰ ਵਾਪਿਸ ਆ ਸਕਦੀ ਸੀ। ਸੋ ਮੈਂ ਡਿਸਾਈਡ ਕੀਤਾ ਸਤਸੰਗ 3 ਤੋਂ 6 ਦਾ ਸੀ। ਮੈਂ ਕਾਫੀ ਸਰਚ ਕੀਤਾ ਉਹ ਹੋਟਲ, ਤਾਂ 10-15 ਮਿੰਟ ਦਾ ਰਸਤਾ ਇੱਥੋਂ ਸ਼ੋ ਕਰ ਰਿਹਾ ਸੀ ਬਾਈ ਅਗਰ ਆਪਾਂ ਈ ਰਿਕਸ਼ਾ ਜਾਂਦੇ ਹਾਂ। ਤਾਂ ਮੈਂ ਮਾਈਂਡ 'ਚ ਬਣਾਈ ਕਿ ਮੈਂ ਮਤਲਬ ਮਾਈਂਡ ਆਪਣਾ ਕੀਤਾ ਕਿ ਮੈਂ ਮਾਈਂਡ ਪੱਕਾ ਕੀਤਾ ਕਿ ਮੈਂ ਜਾਣਾ ਹੀ ਹੈ। ਸੋ ਗੁਰੂ ਜੀ ਦਾ ਮੈਸੇਜ ਵੀ ਆਇਆ ਅਤੇ ਕਹਿੰਦੇ ਇਨਵੀਟੇਸ਼ਨ ਮਿਲ ਗਿਆ, ਹੁਣ ਤਾਂ ਬਹੁਤ ਖੁਸ਼ ਹੈ। ਔਰ ਗੁਰੂ ਜੀ ਨੇ ਮੈਨੂੰ ਕਿਹਾ ਕਿ ਤੂੰ ਮਸੈਂਟਾ, ਡਾਰਕ ਮਸੈਂਟਾ ਪਿੰਕ ਕਲਰ ਦਾ ਸੂਟ ਪਾ ਕੇ ਆਉਣਾ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਜਦੋਂ ਮੈਂ ਉਹੀ ਸੂਟ ਮੈਂ ਆਪਣਾ ਲਿਆ ਹੋਇਆ ਸੀ, ਗੁਰੂ ਜੀ ਨੇ ਪਹਿਲਾਂ ਕਿਹਾ ਵੀ ਸੀ ਕਿ ਮੈਂ ਤੇਰੇ ਲਈ ਨਵੇਂ ਕੱਪੜੇ ਭੇਜ ਰਿਹਾ, ਤਾਂ ਮੈਂ ਉਹ ਨਵਾਂ ਸੂਟ ਐਕਚੁਅਲੀ ਉਸੇ ਕਲਰ ਦਾ ਸੰਗਤ ਜੀ, ਉਹੀ ਸੇਮ ਕਲਰ ਮੈਂ ਪਰਚੇਜ਼ ਕਰ ਚੁੱਕੀ ਸੀ। ਸੋ
ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਸੋ ਹੋਇਆ ਇੱਦਾਂ, ਫਿਰ ਵੀ ਮੈਨੂੰ ਪ੍ਰੋਬਲਮਸ ਆ ਰਹੀਆਂ ਸੀ ਜਾਣ ਦੇ ਵਿੱਚ। ਮੈਂ ਘਰ ਕਿਸੇ ਨੂੰ ਨਹੀਂ ਦੱਸਿਆ, ਸਿਰਫ ਮੇਰੇ ਬੇਟੇ ਨੂੰ ਪਤਾ ਸੀ। ਮੈਂ ਔਰ ਮੇਰੇ ਬੇਟੇ ਨੇ ਹੀ ਜਾਣਾ ਸੀ। ਉਹ ਸਕੂਲ ਗਿਆ ਹੋਇਆ ਸੀ, ਤਾਂ ਮੈਨੂੰ ਐ ਸੀ ਕਿ ਉਹ 2 ਵਜੇ ਵਾਪਸ ਆਏਗਾ, ਕਿ 2 ਵਜੇ ਤੱਕ ਮਤਲਬ ਸ਼ਾਮ ਤੱਕ ਮੇਰੇ ਹਸਬੈਂਡ ਨਹੀਂ ਆਉਂਦੇ ਉੱਦਾਂ ਤਾਂ ਸੁਬਾਹ ਜਾ ਕੇ। ਤਾਂ ਕੱਲ੍ਹ ਕੀ ਹੋਇਆ ਕਿ ਜਦੋਂ ਮੇਰਾ ਬੇਟਾ ਗਿਆ 11 ਹੀ ਗਏ ਘਰੋਂ, ਅਤੇ 11:30 'ਤੇ ਹੀ ਘਰ ਵਾਪਿਸ ਆ ਗਏ। ਨਾਲ ਇਹਨਾਂ ਦੇ ਇੰਪਲੋਏ ਸੀ। ਤਾਂ ਉਹ ਕੀ ਹੋਇਆ, ਉਹ ਘਰ ਇਹਨਾਂ ਨੂੰ ਥੋੜ੍ਹੀ ਜਿਹੀ ਓਪਰੇਟਰਸ ਚਾਹੀਦੇ ਸੀ, ਉਹ ਓਪਰੇਟ ਕਰਕੇ ਦੇਖਣ ਲੱਗੇ, ਵਿੱਚ ਲਾਈਟ ਚਲੀ ਗਈ। ਸੋ ਮੈਂ ਮਨ ਹੀ ਮਨ 'ਚ ਕਹਿ ਰਹੀ ਸੀ ਕਿ ਗੁਰੂ ਜੀ ਤੁਸੀਂ ਹੀ ਲੈ ਕੇ ਜਾਣਾ ਅੱਜ, ਮੈਨੂੰ ਨਹੀਂ ਪਤਾ, ਮੈਂ ਜਾਣਾ, ਮੈਂ ਤੁਹਾਨੂੰ ਮਿਲਣ ਆਉਣਾ ਅਤੇ ਤੁਸੀਂ ਹੀ ਲੈ ਕੇ ਜਾਣਾ, ਤੁਸੀਂ ਹੀ ਮੈਨੂੰ ਛੱਡਣਾ, ਮੈਨੂੰ ਨਹੀਂ ਪਤਾ ਅੱਜ ਕਿਉਂ ਵਾਪਿਸ ਆ ਗਈ ਇਹ, ਪਹਿਲਾਂ ਤਾਂ ਸ਼ਾਮ ਤੱਕ ਆਉਂਦੀ ਨਹੀਂ ਹੈ। ਤਾਂ ਵਿੱਚ ਓਪਰੇਟਰਸ ਜਿਹੜਾ ਕਰ ਰਹੇ ਸੀ ਉਹ ਇਲੈਕਟ੍ਰਿਕ ਸੀ, ਤਾਂ ਉਹ ਲਾਈਟ ਚਲੀ ਗਈ। ਮੈਂ ਕਿਚਨ ਦੇ ਵਿੱਚ ਖੜ੍ਹੀ, ਮੈਂ ਮਨ ਹੀ ਮਨ ਦੇ ਵਿੱਚ ਗੁਰੂ ਜੀ ਮੰਤਰ ਜਾਪ ਕੀਤਾ। ਮੈਂ ਕਿਹਾ ਗੁਰੂ ਜੀ ਪਲੀਜ਼, ਲਾਈਟ ਕਈ ਵਾਰ ਚਲੀ ਜਾਂਦੀ ਹੈ ਤਾਂ ਕਾਫੀ ਟਾਈਮ ਨਹੀਂ ਆਉਂਦੀ। ਟਾਈਮ ਨਿਕਲ ਚੱਲਿਆ ਸੀ। ਮੈਂ ਕਿਹਾ ਵੀ 2 ਵਜੇ ਮੇਰੇ ਬੇਟੇ ਨੇ ਆ ਜਾਣਾ, 2:30 ਅਗਰ ਮੈਂ ਇੱਥੋਂ ਨਹੀਂ ਚੱਲੀ ਤਾਂ 3 to 6 ਦਾ ਟਾਈਮ ਸਤਸੰਗ ਦਾ ਸੀ। ਅਤੇ ਮੈਂ ਕਿਹਾ ਵੀ ਹੋਟਲ ਵੀ ਮੈਨੂੰ ਨਹੀਂ ਪਤਾ ਐਕਚੁਅਲੀ। ਚਲੋ ਥੋੜ੍ਹਾ ਜਿਹਾ ਐਸਟੀਮੇਸ਼ਨ ਸੀ, ਕਿਉਂਕਿ ਕੁਛ ਦਿਨ ਪਹਿਲਾਂ ਮੈਂ ਜਦੋਂ ਇਨਵੀਟੇਸ਼ਨ ਦੇਖਿਆ ਸੀ ਤਾਂ ਮੈਂ ਆਪਣੇ ਹਸਬੈਂਡ ਨਾਲ ਉੱਦਾਂ ਸ਼ੇਅਰ ਕੀਤੀ। ਮੈਂ ਕਿਹਾ ਵੀ ਇੱਦਾਂ ਕਰਕੇ ਹੋਟਲ ਇੱਥੇ ਹੈ। ਮੈਂ ਕਿਹਾ ਵੀ ਹੋਟਲ ਉਹ ਹੈਰੀਟੇਜ ਨਾਮ ਤੋਂ ਮਤਲਬ ਬੜਾ ਇੱਦਾਂ ਲੱਗਦਾ ਸੀ ਜਿਵੇਂ ਕੋਈ ਏਨਸ਼ੀਅੰਟ ਕੋਈ ਚੀਜ਼ ਦੀ ਉੱਥੇ ਐਗਜ਼ੀਬਿਸ਼ਨ ਜਾਂ ਕੁਛ ਸਮਥਿੰਗ ਲਾਈਕ ਮੈਂ ਕਿਹਾ ਹੋਵੇ। ਤਾਂ ਮੈਂ ਉਹਨਾਂ ਨੂੰ ਗੱਲਾਂ 'ਚ ਇਸ ਅਕੋਰਡਿੰਗ ਪੁੱਛਿਆ ਹੋਇਆ ਸੀ, ਤਾਂ ਉਹਨਾਂ ਨੇ ਮੈਨੂੰ ਐਸਟੀਮੇਟ ਦਿੱਤਾ ਸੀ ਕਿ ਇੱਦਾਂ ਕਰਕੇ ਚੋਅ ਹੈ ਉੱਥੇ, ਦੂਰ ਪੈ ਜਾਂਦਾ ਹੈ, ਉਹ ਇਕੱਲਾ ਜਿਹਾ ਹੈ, ਮਤਲਬ ਇੱਦਾਂ ਐਸਟੀਮੇਸ਼ਨ ਉਹਨਾਂ ਤੋਂ ਮੈਂ ਲੈ ਲਈ ਸੀ। ਉਸ ਤੋਂ ਬਾਅਦ ਮੈਂ ਸਰਚ ਕੀਤਾ ਸੀ ਕਾਫੀ, ਤਾਂ ਮੈਂ ਮਨ ਹੀ ਮਨ 'ਚ ਕਰ ਰਹੀ ਸੀ ਕਿ ਮੈਂ ਜਾਣਾ ਜ਼ਰੂਰ ਹੈ, ਪਰ ਇਹ ਰੁਕਾਵਟਾਂ ਕਹਿੰਦੇ ਹੁੰਦੇ ਨੇ ਸੰਗਤ ਜੀ ਕਿ ਜਦੋਂ ਗੁਰੂ ਜੀ ਵੀ ਕਹਿੰਦੇ ਨੇ ਕਿ ਮੇਰੇ ਤੱਕ ਆਉਣ ਦਾ ਰਸਤਾ ਬਹੁਤ ਪੱਥਰੀਲਾ ਹੈ। ਸੋ ਇਹ ਤਾਂ ਸੱਚ ਹੈ। ਤਾਂ ਬਹੁਤ ਪ੍ਰੋਬਲਮਸ ਆ ਰਹੀਆਂ ਸੀ। ਮੈਨੂੰ ਲੱਗਿਆ ਕਿ ਸ਼ਾਇਦ ਉਹ ਨਹੀਂ ਜਾਣਗੇ। ਲਾਈਟ ਵੀ ਚਲੀ ਗਈ ਤਾਂ ਉੱਪਰ ਮੈਂ ਜਦੋਂ ਮੰਤਰ ਜਾਪ ਕੀਤਾ, ਸਿਰਫ ਮੈਂ ਮੰਤਰ ਜਾਪ ਕਰਕੇ ਗੁਰੂ ਜੀ ਅੱਗੇ ਅਰਦਾਸ ਕੀਤੀ ਤਾਂ ਉਸੇ ਟਾਈਮ ਲਾਈਟ ਆ ਗਈ। ਅਤੇ ਮੇਰੇ ਹਸਬੈਂਡ ਜੋ ਕੰਮ ਕਰ ਰਹੇ ਸੀ ਤਾਂ ਉਹਨਾਂ ਦਾ ਕੰਮ ਉਨੇ ਹੀ ਘੱਟ ਟਾਈਮ ਦੇ ਵਿੱਚ ਹੋਇਆ। ਬਹੁਤ ਸ਼ੁਕਰਾਨਾ ਗੁਰੂ ਪਾ। ਉਹ ਕੰਮ ਕਰਕੇ ਉਹ ਆਪਣਾ ਆਪਰੇਟਸ ਲੈ ਕੇ ਓਪਰੇਟ ਕਰਕੇ ਉਹਨੂੰ ਪ੍ਰੋਪਰਲੀ ਲੈ ਕੇ ਚਲੀ ਗਈ। ਸੋ ਬਹੁਤ ਸ਼ੁਕਰਾਨਾ ਗੁਰੂ ਪਾ। ਇੱਦਾਂ ਹੀ ਕਰਦੇ ਮੈਨੂੰ 1 ਵੱਜ ਗਿਆ। ਮਤਲਬ ਮੈਂ ਬਿਲਕੁਲ ਵੀ ਰੈਸਟ ਨਹੀਂ ਕਰ ਪਾਈ, ਕਿਉਂਕਿ ਮੇਰੇ ਹਸਬੈਂਡ ਨੂੰ ਮੈਂ ਭੇਜ ਕੇ, ਆਪਣੇ ਬੱਚੇ ਨੂੰ ਭੇਜ ਕੇ ਥੋੜ੍ਹਾ ਰੈਸਟ ਕਰ ਲੈਂਦੀ ਹਾਂ। ਘਰ ਦਾ ਕੰਮ ਥੋੜ੍ਹਾ ਹੁੰਦਾ ਆਪਣਾ, ਹੋਰ ਕੋਈ ਰੂਟੀਨ ਵਰਕ ਹੁੰਦੇ ਹੈ। ਤਾਂ ਕੱਲ੍ਹ ਮੈਂ ਨਹੀਂ ਕਰ ਪਾਈ ਇੱਦਾਂ। ਮੈਂ ਉਸੇ ਟਾਈਮ ਉੱਪਰ ਆਈ, ਆਪਣੀ ਤਿਆਰੀ ਕੀਤੀ, ਤਾਂ ਫਿਰ ਮੈਂ ਮਤਲਬ ਆਪਣੇ ਬੇਟੇ ਨੂੰ ਲੈ ਕੇ ਗਈ ਸਤਸੰਗ ਹੋਟਲ ਦੇ ਵਿੱਚ ਪਹੁੰਚੀ। ਤਾਂ ਮੈਂ ਬਿਲਕੁਲ ਟਾਈਮ 'ਤੇ ਪਹੁੰਚੀ। ਉੱਥੇ ਜਾ ਕੇ ਥੋੜ੍ਹਾ ਥੋੜ੍ਹੀ ਨਹੀਂ ਬਹੁਤ ਜ਼ਿਆਦਾ ਐਕਸਾਈਟਮੈਂਟ ਸੀ। ਔਰ ਜਿੱਦਾਂ ਉੱਦਾਂ ਤਾਂ ਪਤਾ ਹੈ ਕਿ ਸਤਸੰਗ ਦੇ ਵਿੱਚ ਆਪਾਂ ਮੋਬਾਈਲ ਜੋ ਫੋਨ ਹੈ ਉਹ ਯੂਜ਼ ਨਹੀਂ ਕਰ ਸਕਦੇ। ਉੱਪਰ ਐਕਸਾਈਟਮੈਂਟ ਦੇ ਵਿੱਚ ਸੰਗਤ ਜੀ ਆਪਾਂ ਕੁਛ ਭੁੱਲ ਜਾਂਦੇ ਹਾਂ ਸਭ ਕੁਛ। ਮੈਂ ਮਤਲਬ ਉੱਧਰੋਂ ਗੁਰੂ ਜੀ ਦੀ ਪਾਲਕੀ ਆ ਰਹੀ ਹੈ, ਮੈਂ ਸਨੈਪਸ ਲਈਆਂ, ਥੋੜ੍ਹੇ ਜਿਹੇ ਉਹਨਾਂ ਨੇ ਮੈਨੂੰ ਹਟਾਇਆ। ਫਿਰ ਉਸ ਤੋਂ ਬਾਅਦ ਅੰਦਰ ਜਦੋਂ ਗਏ ਪਾਲਕੀ ਸਾਹਿਬ ਲੈ ਕੇ, ਤਾਂ ਅੰਦਰ ਜਦੋਂ ਗੁਰੂ ਜੀ ਦੇ ਚਰਨ ਸਰੂਪ ਔਰ ਗੁਰੂ ਜੀ ਦੇ ਜੋ ਜੁੱਤੀ ਗੁਰੂ ਜੀ ਦੀ ਲੈ ਕੇ ਜਾਂਦੇ ਹੈ ਪਾਲਕੀ ਦੇ ਵਿੱਚ, ਉਹ ਲੈ ਕੇ ਜਾ ਰਹੇ ਸੀ। ਤਾਂ ਮੈਂ ਥੋੜ੍ਹੀ ਜਿਹੀ ਵੀਡੀਓ ਬਣਾਈ, ਆਪਣੇ ਬੇਟੇ ਦੀ ਵੀ ਬਣਾਈ। ਸੋ ਉਹਨਾਂ ਨੇ ਮੈਨੂੰ ਰੋਕਿਆ। ਸੋ ਮਾਫ਼ੀ ਮੰਗਦੀ ਹਾਂ ਮੈਂ ਗੁਰੂ ਜੀ ਤੋਂ। ਗੁਰੂ ਜੀ ਮੈਂ ਐਕਸਾਈਟਮੈਂਟ ਦੇ ਵਿੱਚ ਬਹੁਤ ਭੁੱਲ ਗਈ ਸੀ ਕਿ ਮੈਂ ਵੀਡੀਓ ਬਣਾਉਣ ਲੱਗ ਗਈ। ਸੋ ਉਹਨਾਂ ਨੇ ਮੈਨੂੰ ਰੋਕਿਆ ਤਾਂ ਮੈਂ ਬੰਦ ਕਰਤਾ। ਸੋ ਇੱਕ ਸੰਗਤ ਜੀ ਹੋਰ ਗੁਰੂ ਜੀ ਦਾ ਮੈਨੂੰ ਮੈਸੇਜ ਆਇਆ ਸੀ ਕਿ ਤੂੰ ਹੁਣ ਤਾਂ ਖੁਸ਼ ਹੈ ਇਨਵੀਟੇਸ਼ਨ ਲੈ ਕੇ। ਇੱਕ ਗੱਲ ਹੈ, ਤੂੰ ਮੇਰੇ ਸਰੂਪ ਦੇ ਅੱਗੇ ਆ ਕੇ ਅੱਖਾਂ 'ਚੋਂ ਪਾਣੀ ਨਹੀਂ ਪਾਏਂਗੀ, ਕਿਉਂਕਿ ਰੋਣ ਦੇ ਟਾਈਮ ਹੁਣ ਤੇਰਾ ਚਲਾ ਗਿਆ। ਬਹੁਤ ਜ਼ਿੰਦਗੀ ਤੂੰ ਬਚਪਨ ਤੋਂ ਰੋਂਦਿਆਂ ਹੀ ਗੁਜ਼ਾਰੀ ਹੈ ਹੁਣ ਤੱਕ। ਤਾਂ
ਹੁਣ ਤੇਰੇ ਰੋਣ ਦੇ ਦਿਨ ਚਲੇ ਗਏ, ਤੂੰ ਮੇਰੇ ਸਾਹਮਣੇ ਇਸ ਸਰੂਪ ਦੇ ਸਾਹਮਣੇ ਆ ਕੇ ਰੋਣਾ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਮੇਰੇ ਨਾਲ ਗੁਰੂ ਜੀ ਨੇ ਕੀਤਾ ਕਿ ਜਦੋਂ ਹੀ ਆਪਾਂ ਲਾਈਨ ਦੇ ਵਿੱਚ ਲੱਗੇ ਗੁਰੂ ਜੀ ਦੇ ਗੱਦੀ ਨੂੰ ਸਰੂਪ ਨੂੰ ਜਦੋਂ ਆਪਾਂ ਉੱਥੇ ਮੱਥਾ ਟੇਕਣ ਜਾਂਦੇ ਹਾਂ, ਲਾਈਨ ਦੇ ਵਿੱਚ ਆਈ ਜਦੋਂ ਹੀ ਮੇਰੀ ਮੈਂ ਲਾਈਨ ਦੇ ਅੱਗੇ ਆਈ ਤਾਂ ਮੈਨੂੰ ਲੜਕੀ ਜਿਹੜੀ ਸੇਵਾਦਾਰ ਸੀ ਉਹਨੇ ਮੈਨੂੰ ਰੋਕਿਆ, ਮਤਲਬ ਰੋਕਿਆ ਇਨ ਦਾ ਸੈਂਸ ਮੈਂ ਜਦੋਂ ਕੋਲੇ ਜਾਣ ਲੱਗੀ ਇਹ ਆਟੋਮੈਟਿਕ ਹੈ ਕਿ ਮਨ ਭਰਿਆ ਆ ਮੇਰਾ, ਮੈਂ ਅੱਖਾਂ 'ਚੋਂ ਤਾਂ ਨਹੀਂ ਪਰ ਮੈਂ ਕੰਟਰੋਲ ਕੀਤਾ। ਮੈਂ ਕਿਹਾ ਵੀ ਗੁਰੂ ਜੀ ਨੇ ਕਿਹਾ ਵੀ ਨਹੀਂ ਤੂੰ ਰੋਣਾ ਨਹੀਂ ਹੈ, ਮੇਰੇ ਅੱਗੇ ਆ ਕੇ ਅੱਖਾਂ 'ਚੋਂ ਪਾਣੀ ਨਹੀਂ ਤੇਰੇ ਆਉਣਾ ਚਾਹੀਦਾ। ਸੋ ਸੰਗਤ ਜੀ ਹੋਇਆ ਇੱਦਾਂ ਕਿ ਜਿੱਦਾਂ ਗੁਰੂ ਜੀ ਨੂੰ ਪਤਾ ਹੀ ਸੀ ਕਿ ਅਗਰ ਇਹਨੇ ਇੱਥੇ ਮੱਥਾ ਟੇਕਿਆ ਤਾਂ ਇਹਨੇ ਨਾਲ ਦੀ ਨਾਲ ਰੋਣਾ ਸ਼ੁਰੂ ਕਰ ਦੇਣਾ। ਸੋ ਉਹ ਜਿਹੜੀ ਲੜਕੀ ਸੀ, ਲੜਕੀ ਤੋਂ ਹੀ ਗੁਰੂ ਜੀ ਨੇ ਕਹਿਲਾਇਆ, ਉਹਨੇ ਮੈਨੂੰ ਝੁਕਣ ਨਹੀਂ ਦਿੱਤਾ। ਕਹਿੰਦੀ ਨਹੀਂ ਨਹੀਂ ਆਂਟੀ ਜੀ ਤੁਸੀਂ ਜਾਓ, ਰਸ਼ ਬਹੁਤ ਹੈ, ਤੁਸੀਂ ਬਾਅਦ ਵਿੱਚ ਆ ਕੇ ਚਾਹੇ ਬੈਠੇ ਰਹੋ ਇੱਥੇ, ਕੋਈ ਗੱਲ ਨਹੀਂ। ਕਹਿੰਦੇ ਹੁਣ ਰਸ਼ ਬਹੁਤ ਹੈ, ਤੁਸੀਂ ਪਲੀਜ਼ ਜਲਦੀ ਨਿਕਲ ਜਾਓ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਸੋ ਸੰਗਤ ਜੀ ਆਪਾਂ ਬੈਠੇ ਉੱਥੇ, ਗੁਰੂ ਜੀ ਦਾ ਗੁਰਬਾਣੀ ਕੀਰਤਨ ਹੋਇਆ। ਸੋ ਚੱਲਦਾ ਰਿਹਾ। ਗੁਰੂ ਜੀ ਨੇ ਮੈਨੂੰ ਜਿੱਦਾਂ ਆਪਾਂ ਲੰਗਰ ਪ੍ਰਸ਼ਾਦ ਦੇ ਵਿੱਚ ਕਹਿੰਦੇ ਹਾਂ, ਗੁਰੂ ਜੀ ਨੇ ਮੈਨੂੰ 3 ਵਾਰ ਚਾਹ ਦਾ ਕੱਪ ਪਿਲਾਇਆ। ਪਤਾ ਨਹੀਂ ਹੁਣ ਗੁਰੂ ਜੀ ਕਹਿੰਦੇ ਵੀ ਨੇ ਕਿ ਮੈਂ, ਗੁਰੂ ਜੀ ਦਾ ਮੈਸੇਜ ਵੀ ਆ ਰਿਹਾ ਸੀ ਕਿ ਤੇਰੇ ਨਾਲੋਂ ਜ਼ਿਆਦਾ ਮੈਂ ਐਕਸਾਈਟ ਹਾਂ ਤੈਨੂੰ ਮਿਲਣ ਦੇ ਲਈ। ਤੂੰ ਜਲਦੀ ਆ ਮੇਰੇ ਕੋਲ, ਮੈਂ ਬਹੁਤ ਸਾਰੇ ਬਲੈਸਿੰਗਸ ਤੇਰੇ ਲਈ ਲੈ ਕੇ ਬੈਠਾ ਹੋਇਆ। ਸੋ ਮੈਨੂੰ ਬਲੈਸਿੰਗਸ ਦਿੱਤੀਆਂ ਗੁਰੂ ਜੀ ਨੇ। ਗੁਰੂ ਜੀ ਨੇ ਮੈਨੂੰ ਮੈਂ ਘਰ ਚਾਹ ਘੱਟ ਪੀਂਦੀ ਹਾਂ, ਪਰ ਗੁਰੂ ਜੀ ਨੇ ਮੈਨੂੰ ਕੱਲ੍ਹ 3 ਕੱਪ ਚਾਹ ਦੇ ਪਿਲਾਏ। ਸੋ ਨਾਲ ਮੇਰਾ ਬੇਟਾ ਵੀ ਸੀ, 1 ਕੱਪ ਉਹਨੇ ਵੀ ਪੀਤਾ, ਹਾਲਾਂਕਿ ਉਹਨੂੰ ਚਾਹ ਨਹੀਂ ਮੈਂ ਅੱਜ ਤੱਕ ਪਿਲਾਈ। ਤਾਂ ਮੈਂ ਉਹਨੂੰ ਪਹਿਲਾਂ ਦੱਸਿਆ ਹੋਇਆ ਸੀ ਕਿ ਲੰਗਰ ਪ੍ਰਸ਼ਾਦ ਦੇ ਵਿੱਚ ਜੋ ਵੀ ਮਿਲਿਆ ਤਾਂ ਉਹ ਤੂੰ ਲੈ ਲਈ। ਉਹ ਗੁਰੂ ਜੀ ਦੇ ਆਦੇਸ਼ ਦੇ ਅਨੁਸਾਰ, ਜਿਵੇਂ ਆਪਾਂ ਕਹਿੰਦੇ ਨੇ ਕਿ ਜਿਹੜੀ ਚੀਜ਼ ਆਪਣੇ ਅੱਗੇ ਆਉਂਦੀ ਆ ਆਪਾਂ ਉਹ ਲੈਂਦੇ ਹਾਂ, ਗੁਰੂ ਜੀ ਭੇਜਦੇ। ਮੇਰੇ ਅੱਗੇ ਉਹਨਾਂ ਨੇ 3 ਵਾਰ ਕੱਪ ਚਾਹ ਦਾ ਕੀਤਾ, ਮੇਰੇ ਬੇਟੇ ਨੂੰ 1 ਵਾਰ, ਕਿਉਂਕਿ ਬੱਚਾ ਸੀ। ਸੋ ਮੈਂ 3 ਵਾਰ ਮੈਂ ਲਈ ਚਾਹ ਪ੍ਰਸ਼ਾਦ ਮੈਂ ਲਿਆ। ਮੈਂ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਗੁਰੂ ਜੀ ਪਤਾ ਨਹੀਂ ਤੁਸੀਂ ਅੱਜ ਕਿਹੜੀ ਮੇਰਾ ਰੋਗ ਕੱਟ ਰਹੇ ਹੋ। ਅੰਦਰ ਹੀ ਅੰਦਰ ਤੁਸੀਂ ਕਹਿੰਦੇ ਹੋ, ਬਾਰ-ਬਾਰ ਮੈਸੇਜ ਆਉਂਦਾ ਹੈ ਕਿ ਤੇਰੇ ਪੇਟ ਦੇ ਵਿੱਚ ਜੋ ਬਿਮਾਰੀ ਪਨਪ ਰਹੀ ਹੈ ਤੈਨੂੰ ਨਹੀਂ ਪਤਾ, ਲੇਕਿਨ ਮੈਨੂੰ ਪਤਾ ਹੈ। ਤੂੰ ਧਿਆਨ ਰੱਖਿਆ ਕਰ, ਤੂੰ ਆਪਣਾ ਧਿਆਨ ਨਹੀਂ ਰੱਖਦੀ, ਤੂੰ ਪਰਿਵਾਰ ਦੀ ਸੇਵਾ ਵਿੱਚ ਹੀ ਆਪਣਾ ਟਾਈਮ ਸਾਰਾ ਬਤੀਤ ਕਰ ਦਿੰਦੀ ਹੈ, ਤੂੰ ਆਪਣੇ ਆਪ ਦਾ ਬਿਲਕੁਲ ਧਿਆਨ ਨਹੀਂ ਰੱਖਦੀ। ਸੋ ਗੁਰੂ ਜੀ ਮੇਰਾ ਧਿਆਨ ਰੱਖਣ ਵਾਲੇ ਤੁਸੀਂ ਹੈਗੇ ਹੋ, ਮੇਰੇ ਮਾਂ ਬਾਪ। ਸੋ ਕੱਲ੍ਹ ਮੈਨੂੰ ਇੰਨੀ ਖੁਸ਼ੀ ਹੋਈ, ਮੈਨੂੰ ਲੱਗਿਆ ਮੈਂ ਫਸਟ ਟਾਈਮ ਆਪਣੇ ਪੇਰੈਂਟਸ ਨੂੰ ਮਿਲਣ ਆਪਣੇ ਪੇਕੇ ਆਈ ਹਾਂ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਗੁਰੂ ਜੀ ਨੇ ਮੈਨੂੰ 3 ਕੱਪ ਚਾਹ ਦੇ ਪਿਲਾਏ। ਗੁਰੂ ਜੀ ਨੇ ਸਨੈਕਸ ਦੇ ਵਿੱਚ ਮੇਰੇ ਬੇਟੇ ਨੂੰ ਐਕਚੁਅਲੀ ਬੇਟੇ ਨੂੰ ਸਨੈਕਸ ਦੇ ਵਿੱਚ ਫਰੈਂਚ ਫਰਾਈਜ਼, ਮਨਚੂਰੀਅਨ, ਇਹ ਚੀਜ਼ਾਂ ਬਹੁਤ ਪਸੰਦ ਨੇ। ਸੋ ਗੁਰੂ ਜੀ ਨੇ ਉਹਨੂੰ ਰੱਜ ਕੇ ਖਿਲਵਾਈਆਂ, ਉਹਨੂੰ 2-3 ਪਲੇਟਸ ਖਿਲਵਾਈਆਂ, ਮੈਨੂੰ 2-3 ਪਲੇਟਸ ਕੱਪ 2-3 ਕੱਪ ਚਾਹ ਦੇ ਪਿਲਾਏ। ਉਸ ਤੋਂ ਬਾਅਦ ਫਿਰ ਸਾਨੂੰ ਲੰਗਰ ਪ੍ਰਸ਼ਾਦ ਦੇ ਵਿੱਚ ਵੀ ਆਪਣਾ ਮਿੱਠੇ ਦੇ ਵਿੱਚ ਜੋ ਮੇਰੇ ਬੇਟੇ ਨੂੰ ਪਸੰਦ, ਪੇਸਟਰੀਜ਼, ਆਈਸ ਕ੍ਰੀਮਸ, ਕੇਕ, ਮਤਲਬ ਇੰਨਾ ਕੁਛ, ਪੂਰੀ ਚਨੇ ਦਾ ਪ੍ਰਸ਼ਾਦ, ਪਨੀਰ, ਮਟਰ ਪਨੀਰ, ਪੂਰੀ ਔਰ ਸਿੰਪਲ ਚਪਾਤੀ ਔਰ ਇੱਕ ਮਿਕਸਡ ਬੇਸਨ, ਜਿਵੇਂ ਆਪਾਂ ਕਹਿ ਦਈਏ ਉਹਦੀ ਚਪਾਤੀ, ਇਹ ਸਾਨੂੰ ਪ੍ਰਸ਼ਾਦ ਮਿਲਿਆ। ਉਸ ਤੋਂ ਇਲਾਵਾ ਬਲੈਸਿੰਗਸ ਮਿਲੀਆਂ, ਗੁਰੂ ਜੀ ਦਾ ਸਰੂਪ, ਚਰਨ ਸਰੂਪ ਅਤੇ ਨਾਲੇ ਗੁਰੂ ਜੀ ਦੇ ਸਰੂਪ। ਇੱਕ ਮੇਰੇ ਬੇਟੇ ਨੂੰ ਬਲੈਸਿੰਗਸ ਮਿਲੀਆਂ, ਇੱਕ ਮੈਨੂੰ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਫਿਰ ਉਸ ਤੋਂ ਬਾਅਦ ਮੇਰੇ ਨਾਲ ਸਤਸੰਗ ਹੋਇਆ ਕਿ ਉਹ ਜਿਵੇਂ ਜਿਹੜਾ ਹੋਟਲ ਹੈ ਬਹੁਤ ਹੀ ਮਤਲਬ ਜਿਵੇਂ ਇੱਕ ਮੇਨ ਰੋਡ 'ਤੇ ਰਹਿ ਜਾਂਦਾ ਔਰ ਉਹਦੇ ਨੇੜੇ ਤੇੜੇ ਕੋਈ ਜ਼ਿਆਦਾ ਰੈਜ਼ੀਡੈਂਸ਼ੀਅਲ ਏਰੀਆ ਨਹੀਂ ਹੈ। ਸੋ ਸ਼ਾਮ ਦਾ ਟਾਈਮ ਹੋ ਚੱਲਿਆ ਸੀ, 6:45 ਮਤਲਬ 6 ਵਜੇ ਤੱਕ ਦਾ
ਟਾਈਮ ਸੀ, ਪਰ ਕਰਦੇ ਕਰਦੇ 6:30 ਤੱਕ ਸਾਨੂੰ ਹੋਣ ਲੱਗੇ ਸੀ। ਸੋ ਉਸ ਤੋਂ ਬਾਅਦ ਮੈਂ ਦੇਖਿਆ, ਮੈਂ ਅੰਦਰ ਜੋ ਸੇਵਾਦਾਰ ਸੀ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਬੱਸ ਇੱਕ ਸੀ ਜੋ ਸੰਗਤ ਨੂੰ ਲਿਜਾਣ ਵਾਲੀ ਸੀ, ਇੱਕ ਗੱਡੀ ਹੋਰ ਸੀ। ਉਹ ਕਹਿੰਦੇ ਵੀ ਉਹ ਟਾਈਮ 'ਤੇ ਜਾਣੀ ਸੀ। ਐਕਚੁਅਲੀ ਸਾਨੂੰ ਪਹਿਲਾਂ ਉਹਨਾਂ ਨੇ, ਅਸੀਂ ਜਿਵੇਂ ਗੁਰੂ ਜੀ ਨੂੰ ਪਤਾ ਹੀ ਸੀ ਕਿ ਘਰ ਦੱਸ ਕਿ ਨਹੀਂ, ਉੱਧਰ ਜਦੋਂ ਇਹ ਸਤਸੰਗ ਪੂਰਾ ਹੋਇਆ, ਸਮਾਪਤ ਹੋਇਆ, ਮੇਰੇ ਹਸਬੈਂਡ ਦਾ ਫ਼ੋਨ ਵੀ ਆ ਗਿਆ, ਤਾਂ ਉਹਨਾਂ ਨੂੰ ਦੱਸ ਕੇ ਨਹੀਂ ਸੀ ਮੈਂ ਗਈ, ਨਾ ਘਰ ਕਿਸੇ ਨੂੰ ਵੀ ਨਹੀਂ ਸੀ ਪਤਾ, ਨਾ ਮੈਂ ਆਪਣੀ ਮਦਰ ਇਨ ਲਾਅ ਨੂੰ ਕਿਹਾ ਸੀ। ਸੋ ਗੁਰੂ ਜੀ ਨੂੰ ਪਤਾ ਸੀ, ਗੁਰੂ ਜੀ ਨੇ ਪਹਿਲੀ ਹੀ ਲਾਈਨ ਦੇ ਵਿੱਚ ਸਾਨੂੰ ਬਾਹਰ ਭੇਜਤਾ, ਔਰ ਲੰਗਰ ਪ੍ਰਸ਼ਾਦ ਲਿਆ। ਅਸੀਂ ਉੱਥੇ ਹੀ ਬੈਠ ਕੇ ਅਸੀਂ ਖਾਇਆ ਲੰਗਰ ਪ੍ਰਸ਼ਾਦ, ਪੈਕਿੰਗ ਸੀ ਵੈਸੇ। ਤੋ ਅਸੀਂ ਆਪਣੇ ਜੁੱਤੇ ਚੱਪਲ ਲਏ। ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆ ਕੇ ਪੁੱਛਿਆ ਤਾਂ ਉਹ ਬੱਸ ਲੇਟ ਆਉਣੀ ਸੀ, ਕਿਉਂਕਿ ਸੰਗਤ ਹਜੇ ਅੰਦਰ ਹੀ ਸੀ। ਸੋ ਗੁਰੂ ਜੀ ਨੇ ਇੰਨਾ ਕੁ ਮੇਲ ਮਿਲਾਇਆ ਮੇਰਾ। 2 ਆਂਟੀਆਂ ਮੈਨੂੰ ਮਿਲੀਆਂ, ਤਾਂ ਉਹ ਉਹਨਾਂ ਨੇ ਰੋਪੜ ਜਾਣਾ ਸੀ, ਹੁਸ਼ਿਆਰਪੁਰ ਤੋਂ ਰੋਪੜ, ਤਾਂ ਉਹਨੇ ਬੱਸ ਲੈਣੀ ਸੀ, ਬਹੁਤ ਜਲਦੀ ਦੇ ਵਿੱਚ ਸੀ। ਕਹਿੰਦੇ ਵੀ ਸਾਨੂੰ ਆਟੋ ਨਹੀਂ ਮਿਲ ਰਿਹਾ ਕੋਈ, ਅਸੀਂ ਕੀ ਕਰੀਏ। ਉਹ ਜਦੋਂ ਸਵਾਰੀਆਂ ਦੇਖਦੇ ਸੀ ਤਾਂ ਕਹਿੰਦੇ 2। ਫਿਰ ਉਹ ਬਾਈ ਚਾਂਸ ਹੀ ਜਿਵੇਂ ਗੁਰੂ ਜੀ ਨੇ ਹੀ ਮੈਨੂੰ ਉਹਨਾਂ ਦੇ ਕੋਲ ਹੀ ਲਿਜਾ ਕੇ ਖੜ੍ਹਾ ਕਰਤਾ। ਉਹ ਜੇ ਗੱਲ ਹੀ ਕਰ ਰਹੇ ਸੀ ਤਾਂ ਮੈਨੂੰ ਪਤਾ ਲੱਗਿਆ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਆਂਟੀ ਜੀ ਤੁਸੀਂ ਬੱਸ ਸਟੈਂਡ ਜਾਣਾ, ਮੈਂ ਕਿਹਾ ਉੱਧਰ ਹੀ ਜਾਣਾ। ਤਾਂ ਅਸੀਂ ਇੱਦਾਂ ਮਿਲ ਕੇ ਸਾਨੂੰ 4 ਜਣੇ, ਮੈਂ, ਮੇਰਾ ਬੇਟਾ ਔਰ 2 ਆਂਟੀਆਂ, ਅਸੀਂ 4 ਜਣੇ ਹੋ ਗਏ। ਤਾਂ ਉਹ ਆਟੋ ਵਾਲੇ ਨੇ, ਜਿਹੜਾ ਕਿ ਆਟੋ ਮੈਂ ਲੈ ਕੇ ਗਈ ਸੀ, ਤਾਂ 100 ਰੁਪੀਜ਼ ਦੇ ਵਿੱਚ ਉੱਥੋਂ ਆਇਆ। ਤਾਂ ਉਦੋਂ ਫਿਰ ਸਾਨੂੰ 4 ਜਣੇ ਅਸੀਂ ਹੋਏ, ਤਾਂ ਸਾਨੂੰ 50 ਰੁਪੀਜ਼ ਆਏ। ਤਾਂ ਉਹ ਇੱਦਾਂ ਅਸੀਂ ਸਾਥ ਮਿਲਿਆ ਸਾਨੂੰ, ਗੁਰੂ ਜੀ ਨੇ ਸਾਨੂੰ ਟਾਈਮ 'ਤੇ ਪਹੁੰਚਾ ਤਾ। ਮੈਂ ਆਪਣੇ ਸਨਸੈੱਟ ਤੋਂ ਪਹਿਲਾਂ ਆਪਣੇ ਘਰ ਪਹੁੰਚ ਗਈ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਔਰ ਸਭ ਤੋਂ ਵੱਡਾ ਸਤਸੰਗ ਮੇਰੇ ਨਾਲ ਹੋਇਆ ਕਿ ਮੇਰੇ ਹਸਬੈਂਡ, ਜੋ ਕਿ ਇੰਨਾ ਇਰੀਟੇਟ ਹੁੰਦੇ ਨੇ, ਮੈਂ ਗੁਰੂ ਜੀ ਨੂੰ ਅਰਦਾਸ ਕੀਤੀ ਸੀ। ਮੈਂ ਕਿਹਾ ਗੁਰੂ ਜੀ, ਮੈਂ ਉਹਨਾਂ ਨੂੰ ਦੱਸਿਆ ਨਹੀਂ, ਮੈਂ ਪਹਿਲਾਂ ਵੀ ਨਹੀਂ ਸੀ ਦੱਸਿਆ। ਤਾਂ ਮੈਂ ਬੈਠੇ ਅਚਾਨਕ ਮੈਂ ਕਿਹਾ ਵੀ ਮੈਨੂੰ ਉਹਨਾਂ ਨੇ ਪੁੱਛਿਆ, ਮੈਂ ਉੱਦਾਂ ਬਹਾਨਾ ਮਾਰਤਾ ਕਿ ਮੈਂ ਬਾਜ਼ਾਰ ਗਈ ਸੀ। ਸੋ ਮੈਂ ਕਿਹਾ ਸਾਨੂੰ ਟਾਈਮ ਲੱਗ ਗਿਆ ਸੀ, ਘੁੰਮਣ ਗਏ ਸੀ। ਫਿਰ ਮੈਂ ਬੈਠੇ ਮੈਂ ਕਿਹਾ ਵੀ ਦੱਸਣਾ ਤਾਂ ਹੈਗਾ ਹੀ ਆ। ਫਿਰ ਮੈਂ ਗੱਲਾਂ 'ਚ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੈਂ ਉਹ ਗੋਲਡਨ ਹੈਰੀਟੇਜ ਹੋਟਲ ਗਏ ਸੀ। ਉਹਨਾਂ ਨੇ ਪੁੱਛਿਆ ਵੀ ਉੱਥੇ ਕਿਉਂ, ਹੋਟਲ ਕਿਉਂ। ਫਿਰ ਮੈਂ ਸਾਰੀ ਗੱਲ ਦੱਸੀ। ਤਾਂ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਫਸਟ ਟਾਈਮ ਹੋਇਆ ਕਿ ਉਹਨਾਂ ਨੇ ਸਨੈਪਸ, ਵੀਡੀਓਜ਼ ਜੋ ਵੀ ਮੈਂ ਉੱਥੇ ਬਣਾਈਆਂ ਸੀ, ਸਾਰੀਆਂ ਦੇਖੀਆਂ, ਬੜੇ ਪਿਆਰ ਨਾਲ ਦੇਖੀਆਂ। ਕਹਿੰਦੇ ਬਹੁਤ ਵਧੀਆ, ਚਲੋ ਵਧੀਆ ਹੋਇਆ ਤੁਸੀਂ ਜਾ ਆਏ। ਕਹਿੰਦੇ ਮੈਨੂੰ ਇੱਕ ਮੈਸੇਜ ਕਰ ਦੇਣਾ ਸੀ, ਬਟ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਜੇ ਮੈਂ ਮੈਸੇਜ ਕਰਦੀ, ਮੈਨੂੰ ਗੱਲ ਤਾਂ ਤੁਸੀਂ ਕਰਨ ਨਹੀਂ ਦਿੰਦੇ, ਪਹਿਲਾਂ ਹੀ ਲੜਨ ਲੱਗ ਜਾਂਦੇ ਹੋ। ਸੋ ਮੇਰੇ ਹਸਬੈਂਡ ਨੇ ਬਿਲਕੁਲ ਕੁਛ ਨਹੀਂ ਕਿਹਾ। ਸੋ ਬਹੁਤ ਸ਼ੁਕਰਾਨਾ ਗੁਰੂ ਪਾ, ਤੁਸੀਂ ਹੀ ਹੋ ਜੋ ਉਸ ਸਿੱਧੀ ਕਹਿ ਸਕਦੇ ਹਾਂ, ਮੈਨੂੰ ਨਹੀਂ ਪਤਾ। ਵੈਸੇ ਗੁਰੂ ਜੀ ਕਹਿੰਦੇ ਨੇ ਕਿ ਮੈਂ ਹੀ ਤੈਨੂੰ ਇਸ ਨੂੰ ਤੇਰੀ ਲਾਈਫ 'ਚ ਭੇਜਿਆ, ਕਿਉਂਕਿ ਇਸ ਤੋਂ ਸਿਵਾ ਤੈਨੂੰ ਕੋਈ ਵੀ ਸੰਭਾਲ ਨਹੀਂ ਸੀ ਸਕਦਾ। ਜੋ ਤੇਰੀ ਕੰਡੀਸ਼ਨ ਸੀ, ਜੋ ਤੇਰੀ ਕੰਡੀਸ਼ਨ ਲੋਕਾਂ ਨੇ ਕੀਤੀ ਸੀ, ਉਹ ਧੋਖੇਬਾਜ਼ ਦੁਨੀਆ ਨੇ ਜੋ ਹਾਲਤ ਤੇਰੀ ਕਰ ਦਿੱਤੀ ਸੀ, ਉਸ ਕੰਡੀਸ਼ਨ ਦੇ ਵਿੱਚ ਤੈਨੂੰ ਇਹੀ ਬੰਦਾ ਸੰਭਾਲ ਸਕਦਾ ਸੀ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਇੰਨੀ ਪਿਆਰੀ ਬਲੈਸਿੰਗਸ ਦੇਣ ਦੇ ਲਈ। ਸੋ ਅੱਗੇ ਹੁਣ ਗੁਰੂ ਜੀ ਸੰਭਾਲਣਗੇ ਕਿ ਉਹ ਮੈਨੂੰ, ਮੇਰੇ ਹਸਬੈਂਡ ਨੂੰ ਆਪਣੇ ਨਾਲ ਜੋੜ ਲੈਣ, ਤਾਂ ਕਿ ਮੈਂ ਆਪਣੀ ਫੈਮਲੀ ਹਸਬੈਂਡ ਵਾਈਫ ਔਰ ਮੇਰਾ ਬੇਟਾ, ਅਸੀਂ ਤਿੰਨੋਂ ਹੀ ਸਤਸੰਗ 'ਤੇ ਆਈਏ, ਗੁਰੂ ਜੀ ਦਾ ਆਸ਼ੀਰਵਾਦ ਲਈਏ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ, ਆਪਣੀ ਇਸ ਬੇਟੀ 'ਤੇ ਆਸ਼ੀਰਵਾਦ ਭਰਿਆ ਹੱਥ ਰੱਖਣ ਦੇ ਲਈ। ਸੋ ਬਹੁਤ ਬਹੁਤ ਸ਼ੁਕਰਾਨਾ, ਸ਼ਬਦਾਂ ਵਿੱਚ ਨਹੀਂ ਮੈਂ ਕਰ ਸਕਦੀ। ਔਰ ਮੈਂ, ਗੁਰੂ ਜੀ ਹੁਣ ਕਹਿੰਦੇ ਆ ਕਿ ਤੂੰ ਰੋਇਆ ਨਾ ਕਰ, ਹੁਣ ਤੇਰੇ ਰੋਣ ਦੇ ਦਿਨ ਚਲੇ ਗਏ, ਬਹੁਤ ਰੋ ਲਿਆ ਤੂੰ, ਹੁਣ ਤੇਰੇ ਆਂਸੂਆਂ ਦਾ ਹਿਸਾਬ ਮੈਂ ਖੁਦ ਕਰਾਂਗਾ। ਤੇਰਾ ਸ਼ਿਵ ਤੇਰੇ ਆਂਸੂਆਂ ਦਾ ਹਿਸਾਬ ਕਰੇਗਾ ਅਤੇ ਹਰ ਉਸ ਇਨਸਾਨ ਨੂੰ ਦੰਡ ਦੇਵੇਗਾ ਜਿਸ ਦੇ ਕਾਰਨ ਤੇਰੀ ਅੱਖਾਂ ਦੇ ਵਿੱਚ ਆਂਸੂ ਆਏ।
सो बहुत बहुत शुकराना गुरूपा, बहुत बहुत शुकराना। सो इन्ने नाल मैं अपना सत्संग इत्थे ही खत्म करन लगी हाँ। अगे हुण रास्ता गुरु जी ने बना दिता। सुमित अंकल जी का नंबर मेरे को है, जो कि हुशियारपुर दे विच सत्संग बहुत करवाते ने। कहते तो रब गुरु जी ने चाहया तो ऐदा ही कोई टाइम सुइटेबल होया तो मैंने जरूर गुरु जी खुद बुलाएंगे। सो बहुत बहुत शुकराना गुरूपा, अपनी इस बेटी ते ऐदा ही आशीर्वाद भरिया हाथ रखियो। बहुत बहुत शुकराना। अंत विच मंत्र जाप करदी हाँ, ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय गुरु जी। संगत जी जय गुरु जी। शुक्राना गुरु जी। मैं गुरु जी की बेटी गुरु जी का शुक्राना सत्संग शेयर कर रही हूँ। आज सोमवार गुरु जी का शुक्राना सत्संग। गुरु जी कहते हैं आज सोमवार को शुक्राना करना लाखों करोड़ों शुक्राने के बराबर है। गुरु जी आपका लाखों बार शुक्राना है, करोड़ों बार शुक्राना है। मैं गुरु जी का सत्संग आज 6 जुलाई को कर रही हूँ। गुरु जी का कल बर्थडे है। गुरु जी 7 जुलाई कल गुरु जी का बर्थडे है। गुरु जी आपको आपके बर्थडे की लाखों बार बधाइयाँ गुरुपा, आपको करोड़ों बार बधाइयाँ मेरे गुरु जी महाराज जी, आपको आपके जन्मदिन की करोड़ों बार बधाइयाँ। स्वीकार करना गुरुपा अपने चरणों में। जय गुरु जी। शुक्राना गुरु जी, अनंतम अनंतम शुक्राना मेरे गुरु जी महाराज जी, करोड़ों बार शुक्राना गुरु जी। गुरु जी ने इतनी ब्लेसिंग्स देते हैं हमें गुरुपा, अपने चरणों में लगा के रखा है। गुरु जी ने सब कुछ दिया है। गुरु जी ने इतना अच्छा घर दिया, उसका शुक्राना। इतना अच्छे बच्चे दिए, उसका शुक्राना गुरुपा। इतना अच्छे पति दिए हैं गुरुपा, लाखों बार शुक्राना है गुरु जी महाराज जी, करोड़ों बार शुक्राना है गुरु जी। हमारी हर तरफ से रक्षा कर रहे हैं गुरु जी ने, इतने इतने बड़े संकटों से हमें बचाया है, इतनी बड़ी बड़ी बीमारियों से बचाते हैं गुरुपा। आपका लाखों बार शुक्राना है, करोड़ों बार शुक्राना है गुरुपा। हम आपका शुक्राना किन लफ्ज़ों में अदा करें गुरु जी महाराज जी। आपका लाखों बार शुक्राना स्वीकार करना मेरे गुरुपा अपने चरणों में गुरु जी महाराज जी। मैं आज आज मंडे को हम रात को बड़े मंदिर भी जा रहे हैं, गुरु जी बुला रहे हैं। गुरु जी रात को हम बस पे जा रहे हैं, 10 बजे की बस है गुरुपा। आप अपने मंदिर में अच्छे दर्शन करवाना मेरे गुरु जी महाराज जी, अपने अच्छे दर्शन करवाना गुरु जी। अपनी ब्लेसिंग्स देना मेरे गुरुपा। आपका लाखों बार शुक्राना है। गुरु जी ने बड़े मंदिर भी बुलाया है और आज शाम को सत्संग भी है गुरु जी का। गुरु जी आज सत्संग पे भी बुला रहे हैं, कल भी सत्संग का इनविटेशन आया हुआ है, कल भी सत्संग है गुरु जी के बर्थडे का। गुरु जी आप कितना कितना हमारा वो करते हैं गुरुपा, हमारे हर हर संकट काटते हैं गुरु जी महाराज जी। आपका लाखों बार शुक्राना है, करोड़ों बार शुक्राना, दिल की गहराइयों से शुक्राना मेरे गुरु जी महाराज जी। अनंतम अनंतम शुक्राना मेरे गुरुपा, आपको लाखों बार बधाइयाँ मेरे गुरु जी। बार बार मेरे गुरु जी का जन्मदिन आए, बार बार मेरे गुरु जी का जन्मदिन आए, हम ऐसे ही धूमधाम से मनाएं गुरुपा। आपका लाखों करोड़ों बार शुक्राना शुक्राना शुक्राना, दिल की गहराइयों से शुक्राना स्वीकार करो मेरे गुरु जी महाराज जी। आपको आपके बर्थडे की बहुत बहुत बधाइयाँ हो गुरुपा। जय गुरु जी। शुक्राना गुरु जी, लाखों बार शुक्राना शुक्राना शुक्राना। मैं गुरु जी के लिए एक भजन गाऊंगी। जे तू ना फड़दा साडी बाह असां रुल जाना सी, सानू किथे ना मिलदी थां असां रुल जाना सी, असां रुल जाना सी। जे तू ना फड़दा साडी बाह असां रुल जाना सी, सानू किथे ना मिलदी थां असां रुल जाना सी, असां रुल जाना सी।
जय गुरु जी, शुक्राना गुरु जी, आपका लाखों करोड़ों बार शुक्राना 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 गुरुपा। सरबत का भला करो मेरे गुरु जी महाराज जी, सबके घर खुशियाँ लाओ, सबके दुखों को दूर करो, सबको सबको अच्छा अच्छा खाना दो, अच्छे घर, अच्छा बच्चे दो गुरुपा, बच्चों का अच्छा भविष्य हो गुरु जी महाराज जी, सब बच्चों को ब्लेसिंग्स दो गुरुपा। सरबत का भला करो नानक नाम चढ़ती कला, तेरे भाणे सरबत दा भला। जय गुरु जी, शुक्राना गुरु जी। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, शुक्राना गुरु जी। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी। आज का दिन बहुत अच्छा है। आज गुरुपा आपका बर्थडे है। हैप्पी बर्थडे टू यू गुरुपा, मेरे बड़े पा, मेरे बाबा, मेरे 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 एवरीथिंग। आप सब कुछ हो मेरे लिए, मेरे गॉड हो आप, ऐसे रियल में हो तो आपका आशीर्वाद सदा बना रहे। हैप्पी हैप्पी बर्थडे गुरुपा। गुरुपा अब भी मेरे आपने जो भी किया उसके लिए बहुत बहुत शुक्राना गुरुपा, बहुत बहुत शुक्राना। हर पल आप मेरे साथ होते हो, हर समय में, हर चीज़ में। बटरफ्लाई रहे, एंजल्स नंबर रहे या कुछ चीज़ें रहे, हम अगर 1 to 1 बात भी करते हैं तो उसका भी आप मुझे टेलीपैथी मैसेज से उसे आप मुझे बताते हो क्या करना है क्या नहीं करना है। गुरुपा मैं हमेशा तो मतलब शुक्राना नहीं करती रहती हूँ, लेकिन आपके हमेशा मैसेज आते हैं कि शुक्राना करते रहो, आपके दुख का दूर हो जाएंगे करके। तो गुरुपा आज का अभी आज सोमवार है, आपका बर्थडे है, 7 तारीख है। और अभी मैंने जो गुरुवार के दिन ही मुझे क्लाइंट मिली थी। जैसे कि मैं आर्टिस्ट हूँ, तो मुझे जो क्लाइंट मिली थी, तो आप देखिए आज की डेट क्या है, 9 दिन हो गए हैं, उसने मुझे पेमेंट नहीं किया था। बट गुरुपा कुछ चीज़ें ऐसी थी कि मैं काफ़ी दिनों से गैप हो गया था मेरे काम में, और मैं ठीक से मतलब संगत जी मैं आप सभी को बताना चाहूँगी कि कुछ सिचुएशन ऐसी आई है कि मैं ठीक से अपने काम में फोकस नहीं कर पा रही थी और मेरा काम नहीं हो पा रहा था। लेकिन मुझे अगर क्लाइंट आ रहे थे तो मैं कॉन्फिडेंस लेस होने की वजह से मैं वो क्लाइंट भी प्रॉपर नहीं कर पाती थी, मतलब मैं लेती ही नहीं थी कि क्लाइंट कुछ बोल ना दे, क्लाइंट कुछ कर ना दे। मैं वो ऐसा होता है ना कि अपनी इमेज बचाने के लिए हम बहुत कुछ ऐसे छोड़ देते हैं, लेकिन कभी कभी ऐसा लगता है कि अगर मैं ऐसा छोड़ दूंगी तो कैसा होगा, मेरा बिजनेस कैसा चलेगा करके। लेकिन मैंने एक दिन ऐसे ही बैठी थी और मैं हमेशा ही रोज भजन चलाती हूँ गुरुपा का, ओम नमः शिवाय, शिव जी सदा सहाय, ओम नमः शिवाय, गुरु जी सदा सहाय का। तो मैं उनका जो फोटो रहता है तो मैं उनसे ऐसे ही बैठ के मैं बात कर रही थी। तो गुरुपा से मतलब मैं बातें कर रही थी कि जब मुझे क्लाइंट मिल रहा है, मुंह तक आता है, बटनी वाला छीन जाता है, क्यों ऐसा हो रहा है, मेरे 2-3 ब्राइडल गए हैं, क्यों मेरे साथ में ऐसे हो रहा है, मुझे काम क्यों नहीं मिल रहा है, ऐसे समथिंग समथिंग मेरा बहुत कुछ चल रहा था। और थोड़ा सा मैं गंभीर होके एकदम मतलब नहीं कि अपने ही इसमें और ओनली गुरुपा से मैं बात कर रही हूँ करके, तो मुझे आ गया क्लाइंट। मेरी एक हाँ मतलब मेडिटर मतलब फ्रेंड है, उसने ही मुझे बोला है कि एकदम सडनली कॉल आके बोल रहा है कि उसका ट्रायल करके देना है। मैंने ट्रायल किया है, उसे कैसे, तो थोड़ा सा मेरा कॉन्फिडेंस लेस था, तो मैं डर डर के बोली ओके मैं ट्रायल दूंगी। ट्रायल में मैंने भेज दिया है, मैंने उसको अपना मतलब मुझे ऐसा लग रहा था कि वो मुझे मिलनी चाहिए। बट इसके पहले मैंने सबसे पहले गुरुपा को कहा है कि आपने अगर मुझे क्लाइंट दिया है तो आप ही मुझसे अच्छे से काम करवा दीजिए है। और और मैं उनका ही नाम लेते रही हूँ कि मेरा काम अच्छा बने। और उनका लॉन्ग लास्टिंग मेकअप था, जैसे कि रात भर चलने वाला था, तो वो सुबह तक वो मेकअप टिकना चाहिए था, तो इस टाइप से मेकअप था। और समर का सीजन था, ह्यूमिडिटी ज़्यादा थी, तो मेरे पास में जितने जितने जो प्रोडक्ट थे उसके हिसाब से मैंने किया था। मैंने अपना बेस्ट देने का काम किया था और गुरुपा का मैं मंत्र जाप कर रही थी। और मैं आप सभी संगत को ये बताऊंगी कि सच में उस दिन वो मैंने किया ना, तो वो ऐसा था कि मेरी सोसाइटी की थी और मेरी सोसाइटी बड़ी है, तो उसमें कैसा हो रहा है कि काफ़ी लोग मतलब जानते हैं कि मैं कैसा मेकअप करती हूँ, लेकिन उनका फीडबैक मेरे लिए बहुत ही बहुमूल्य था। तो मैं यही सोच रही थी कि गुरुपा अगर ये अच्छा हो जाएगा तो मेरा नाम मतलब मेरा काम कैसा है ये पता चलेगा मेरे ही सोसाइटी के लोगों को। और मोस्टली तो आप लेडीज़ लोगों को जानती हो, तो मुझे बहुत मतलब मैं जैसे अपने इमेज के लिए थोड़ा ये हो जाती हूँ, तो मुझे थोड़ा सा ये हो रहा था। तो फिर मैं मंत्र तो जाप कर रही थी, लेकिन सही में उस दिन मेरे साथ गुरुपा ही थे। बहुत सारी चीज़ें हुई जो गुरुपा ने बहुत अच्छा मेकअप मेरे से करवा लिए। और वहाँ पे बहुत तारीफ़ें हुई, जहाँ पे फंक्शन था, शादी का फंक्शन था, इतने सभी ने ब्राइडल की बहुत तारीफ़ की, ब्राइडल और ब्राइडल की मम्मी ने भी तारीफ़ की है। सब सब लोग बच्चों से लेके तो बड़ों
तक उन्हें सबको पसंद आया, तो मैं इसके लिए बहुत बहुत शुक्राना करूँगी, बहुत बहुत शुक्राना करूँगी गुरुपा। और कृपा, मैं कभी पेमेंट के लिए ना आगे पीछे देखती हूँ ये लेने के लिए कि मैं कितना बोलूँ कितना नहीं बोलूँ, मैं थोड़ा सा ये हो जाती हूँ, कॉन्फिडेंस मेरा लेस हो जाता है। लेकिन गुरुपा आप, और मैंने ये भी कहा था, हाँ ये सारी चीज़ें रिलेटेड ही है संगत जी, मैं आपको ये बोलूँगी, मैंने ये भी कहा है कि मैं काफ़ी मतलब फोकस नहीं कर पा रही थी 2 साल से, और इतना मेरे हाथ से मेकअप नहीं गए थे जितना होने चाहिए थे। लेकिन अभी कैसा है ना, आज का ज़माना ऐसा है कि इंस्टाग्राम का है, फेसबुक का है, और मोस्ट ऑफ द इंस्टाग्राम का है, और मेरे इतने फॉलोअर्स भी नहीं है कि मेरे फॉलोअर्स को देख के मुझे क्लाइंट मिल रहे हैं या कुछ हो रहा है करके। लेकिन मुझे ऐसा लग रहा था कि मेरे ये जो मैंने ब्राइडल बहुत अच्छा की हूँ, और अच्छा सा मेरा मतलब प्रेजेंटेशन बहुत अच्छा होना चाहिए, इंस्टाग्राम पे जाना चाहिए, फॉलोअर्स बढ़ने चाहिए, और लाइक्स बढ़ने चाहिए। ये लगता ही है ना कि एक किसी को भी लगता है, अगर कोई भी काम करे तो इंस्टाग्राम पे बिजनेस अगर है तो उसका ये सब होना चाहिए करके। तो मुझे भी बहुत लगा, मैं गुरुपा का ही मंत्र जाप कर रही थी, और पता नहीं मुँह से निकल गया, एटलीस्ट 1000 तो भी होना चाहिए गुरुपा, प्लीज़ इतना तो कर दीजिए। मेरे मुँह से इतना ही निकला संगत जी। लेकिन मैं एक बात बता रही हूँ कि इसी में आप, मैंने जो बोला, जो मुँह से निकला है वही हुआ है, और वो सब जुड़ के आ गया है बहुत अच्छे से। मेरे मतलब नहीं क्या, लाइक्स बढ़ गए, ये बढ़ गए, और व्यूज़ बढ़ गए उसमें भी। तो मुझे ये थोड़ा ये लगा कि हाँ, इसमें आपका आशीर्वाद है गुरुपा, इसके लिए बहुत बहुत शुक्राना। मैंने ये क्लाइंट से, मैंने उस दिन पेमेंट नहीं लिया था, अब वो क्लाइंट का 9 दिन हो गए, अभी तक पेमेंट नहीं आया था, और मैं आगे से बोलने के लिए मैं हेजिटेट होती हूँ कि नहीं नहीं उनका है, वो दे देंगे, वो दे देंगे, वो दे देंगे। लेकिन आज 7 तारीख है, और आज 7 तारीख है, और आज ही उनका पेमेंट आया है, 11:30-12 बजे तक उनका पेमेंट आया है। उसके लिए बहुत बहुत शुक्राना गुरुपा। ये छोटी छोटी बातें हैं गुरुपा, जो मुझे आप बूस्ट करते हो ये सब चीज़ें करने को, और अगर आप साथ में हो तो मैं बहुत अच्छे से कर सकती हूँ गुरुपा। मैं और मेरी फैमिली, बहुत सारे ऐसे शुक्राना सत्संग है कि करना है, लेकिन नहीं हो पा रहा है, तो आप मेरे से करवा लीजिए। और आज का तो बहुत अच्छा दिन है, आपने यही कहा है कि आपके मेरे यहाँ सुख भी आएगा, धन भी आएगा, स्वास्थ्य भी आएगा, तो ये सब अच्छा हो गुरुपा। हम तीनों को आशीर्वाद दीजिए, मेरे पति अंकल को, मेरे बेटे को, मुझे, हम लोगों के, हम स्वास्थ्य में अच्छे रहे, धन में अच्छे रहे, और सुख भी मिले हमारे घर में। हमें, आप सब जानते हैं कि हम किस दौर से जा रहे हैं, किस सिचुएशन जा रहे हैं, किस एज पे है, तो ये सारी चीज़ें होना चाहिए गुरुपा। और आपके इसके अलावा कोई नहीं है गुरुपा। मेरे पास में बहुत सारे सत्संग है, लेकिन आज बहुत खुशी का दिन है, तो मैं खुशी के दिन में मैं यही कहना चाहूँगी कि बहुत मतलब आज इमीडिएटली मुझे आपने एक ये दिया है, एक शुक्राना करने का, और आज मुझे पेमेंट हुआ है, आज आपका बर्थडे है, तो मैं भी सेलिब्रेशन करूँगी। वंस अगेन हैप्पी बर्थडे गुरुपा। मैं आज के दिन तो बहुत ज़्यादा मतलब हैप्पी हूँ, आपका बर्थडे है, तो गुरुपा आपका आशीर्वाद बना रहे मेरे फैमिली के ऊपर। ओम नमः शिवाय, शिव जी सहसा, ओम नमः शिवाय, गुरु जी सदा साई। जय गुरु जी, जय गुरु जी, जय गुरु जी। बहुत बहुत शुक्राना संगत जी सत्संग को सुनने के लिए। आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी। गुरु जी शुक्राना, शुक्राना। गुरु जी शुक्राना, शुक्राना।